प्रोग्राम खबरसार विच अज तुहाडे सामने जिहड़ी गलबात लैके हाज़र हुए हैं वह है एक चर्चा फिल्म जो बोले सो निहाल नूं लैके जिस किस्म का विवाद उभरिया हैगा सिख जगत दे विच जिस किस्म की चर्चा शुरू हुई है उस उत्ते समय समय ते वेख्या गया भी इहो जी कोई ना कोई मूवी या कोई ना कोई प्ले नूं लैके कॉन्ट्रोवर्सी जो कि धार्मिक सेंटीमेंट्स नूं हर्ट करदी दसी जाती है वह छड़वैंदी है। अज इस उत्ते गलबात करांगे किहड़े-किहड़े ऑब्जैक्शनेबल सीक्वेंसिस ने जिन्हां उत्ते सिख जगत नूं इतराज़ है ते जिस किस्म नाल पूरे मसले नूं हैंडल किया गया है सिख क्लर्जी वल्लों ਉਹ ਕਿੰਨਾ ਕੁ ਵਾਜਿਬ ਹੈ ਗੈਰ ਵਾਜਿਬ ਹੈ। ਸਾਡੇ ਨਾਲ ਸਟੂਡੀਓ ਵਿੱਚ ਇਸ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਰਦਾਰ ਹਰਦੀਪ ਸਿੰਘ ਜੀ ਹੈਗੇ ਨੇ ਜੋ ਮੈਂਬਰ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਕਰ ਰਹੇ ਨੇ ਇੱਥੇ। ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਐਡੀਟਰ ਸੰਤ ਸਿਪਾਹੀ ਸਾਡੇ ਨਾਲ ਹੈਗੇ ਨੇ। ਇਹਨਾਂ ਨੇ ਹਾਲ ਵਿੱਚ ਇੱਕ ਚਿੱਠੀ ਲਿਖੀ ਹੈ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਜੋ ਕਿ ਕਾਫੀ ਸਟਰੋਂਗ ਵਰਡਡ ਲੈਟਰ ਹੈ, ਅਖਬਾਰਾਂ ਵਿੱਚ ਉਹਦੀ ਕਾਫੀ ਚਰਚਾ ਹੈਗੀ ਹੈ। ਇਹਨਾਂ ਦੇ ਨਾਲ ਐਸਪੀ ਸਿੰਘ ਜੀ ਹੈਗੇ ਨੇ ਬਿਊਰੋ ਚੀਫ ਟਾਈਮਜ਼ ਆਫ ਇੰਡੀਆ ਜੋ ਕਿ ਸਾਡੇ ਨਾਲ ਇਸ ਪੂਰੇ ਮਸਲੇ ਉੱਤੇ अपनी गलबात अपने जो विचार है साझे करेंगे। पहली शुरुआत करते हैं हरदीप जी तो। हरदीप जी फिल्म जो बोले सो निहाल तुहानूं लगदा भी जो परपस सीगा ये पूरी जो भी सो कॉल्ड ऑब्जेक्शनेबल सीक्वेंसिस या ਉਹਦਾ टाइटल यूज़ करन दा ਉਹ ਅਚੀਵ कर गई है फिल्म, ਉਹਦਾ परपस पूरा हो गया, ਉਹਨੂੰ पब्लिसिटी मिल गई है जो प्रोड्यूसर शायद चाहते ਸੀਗੇ। देखो जिस तरीके जे तुसी गल कर रहे हो कि प्रोड्यूसर्स ने इसनूं पब्लिसिटी स्टंट के तौर पर जो सही भी है वरत्या है ਤੇ ਤਦ ਵੀ ਇਹ ਗਲਤ ਹੈ। ਸਾਡੀ ਆਬਜੈਕਸ਼ਨ ਤੇ ਹੈ ਕਿ ਸਿੱਖ ਧਰਮ ਨਾਲ ਸੰਬੰਧਿਤ, ਸਿੱਖ ਮਰਿਆਦਾ ਨਾਲ ਸੰਬੰਧਿਤ, ਸਿੱਖ ਟ੍ਰੈਡੀਸ਼ਨਸ ਨਾਲ ਸੰਬੰਧਿਤ ਕੋਈ ਵੀ ਗੱਲ ਅਗਰ ਮੀਡੀਆ ਦੇ ਵਿੱਚ ਹੋਵੇ ਤੇ ਉਸ ਦੇ ਵਿੱਚ ਉਚੇਚਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਸਿੱਖ ਲੀਗਲ ਫੋਰਮ ਵੱਲੋਂ ਇਸ ਬਾਬਤ ਜਿਹੜੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਮੇਰੇ ਨਾਮ ਦੇ ਉੱਤੇ, ਲੇਕਿਨ ਸੈਂਸਰ ਬੋਰਡ ਨੇ ਉਹਨੂੰ ਕਲੀਨ ਚਿੱਟ ਦਿੱਤੀ ਹੈ। ਉਹ ਤੇ ਸੈਂਸਰ ਬੋਰਡ ਤੇ ਮੈਂ ਸਮਝਦਾ ਕਿ ਇਸ ਮੁਲਕ ਦੇ ਵਿੱਚ ਸੈਂਸਰ ਬੋਰਡ ਬਿਲਕੁਲ ਵੀ ਧਾਰਮਿਕ ਭਾਵਨਾਵਾਂ ਦਾ ਧਿਆਨ ਨਹੀਂ ਰੱਖਦਾ। ਸਿਨੇਮੈਟੋਗ੍ਰਾਫੀ ਐਕਟ ਦੀ ਧਾਰਾ 5 ਹੈ ਜਿਹੜੀ, ਉਸ ਦੇ ਤਹਿਤ 12 ਤੋਂ ਲੈ ਕੇ 25 ਮੈਂਬਰਸ ਉਸ ਸੈਂਸਰ ਬੋਰਡ ਵਿੱਚ ਹੁੰਦੇ ਨੇ ਔਰ ਉਸ ਵਿੱਚ ਜਿਸ ਤਰੀਕੇ ਨਾਲ ਔਰਤਾਂ ਦੇ ਹੱਕਾਂ ਦੇ ਵਾਸਤੇ ਸਪੈਸ਼ਲ ਰਿਪਰੈਜ਼ੈਂਟੇਸ਼ਨ ਹੈ ਉਸ ਦੀ, ਮੈਂ ਸਮਝਦਾ ਕਿ ਮਿਨੋਰਿਟੀਜ਼ ਦੇ ਪਾਰਟਿਕੂਲਰਲੀ ਸਿੱਖਸ ਵਾਸਤੇ ਸਾਨੂੰ ਐਸੀ ਰਿਪਰੈਜ਼ੈਂਟੇਸ਼ਨ ਰਿਕੁਆਇਰਡ ਹੈ ਔਰ ਮੈਂ ਪਟੀਸ਼ਨ ਦੇ ਵਿੱਚ ਇਸੇ ਗੱਲ ਨੂੰ ਨਹੀਂ ਹੈਗੇ ਤੁਹਾਡੇ ਰਿਪਰੈਜ਼ੈਂਟੇਟਿਵ ਨੋ ਬਿਲਕੁਲ ਨਹੀਂ ਰਿਪਰੈਜ਼ੈਂਟੇਸ਼ਨ ਹੈ, ਉਹਦਾ ਪ੍ਰੋਵੀਜ਼ਨ ਹੈ ਸੈਂਟਰਲ ਗਵਰਨਮੈਂਟ ਬ੍ਰਾਡਕਾਸਟਿੰਗ ਮਿਨਿਸਟਰੀ, ਸੈਂਟਰਲ ਗਵਰਨਮੈਂਟ ਉਸ ਦੇ ਵਿੱਚ ਪਾ ਸਕਦੀ ਹੈ। ਜਿਹੜਾ ਸੈਂਸਰ ਬੋਰਡ ਤੋਂ ਹੈ ਸੈਂਸਰ ਬੋਰਡ ਕਿਉਂ ਪਾਸ ਕੀਤੀ ਉਹਨੇ? ਹਾਂ, ਇਸ ਤੋਂ ਪਹਿਲਾਂ ਵੀ ਕੁਝ ਸੀਰੀਅਲਸ ਨੇ ਲਾਈਕ ਦੇਸ਼ ਮੇਂ ਨਿਕਲਾ ਹੋਗਾ ਚਾਂਦ, ਉਸ ਵਿੱਚ ਸਿੱਖ ਨੂੰ ਹਵਨ ਕਰਦਾ ਦਿਖਾਇਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਕਈ ਝੂਠੇ ਜਿਹੜੇ ਨੇ ਆਨੰਦ ਕਾਰਜ ਦਿਖਾਏ ਜਾਂਦੇ ਨੇ, ਡੈਥ ਸੀਨਸ ਦਿਖਾਏ ਜਾਂਦੇ ਨੇ ਜਾਂ ਹੋਰ ਵੀ ਇਸ ਤਰੀਕੇ ਦੀ ਅਨੇਕਾਂ ਪ੍ਰੋਬਲਮਸ ਆਉਂਦੀਆਂ। ਨਿਤ ਰੋਜ਼ ਨਾ ਕੋਰਟਸ ਦਾ ਸਮਾਂ ਖਰਾਬ ਹੋਵੇ ਨਾ ਮਾਹੌਲ ਖਰਾਬ ਹੋਵੇ, ਇਸ ਦੇ ਲਈ ਇਹਦਾ ਪਰਮਾਨੈਂਟ ਸੋਲੂਸ਼ਨ ਜਿਹੜਾ ਸੀ ਆਪਣੀ ਪੀਏਐਲ ਵਿੱਚ ਮੰਗਿਆ ਸੀ। ਤੁਹਾਡੇ ਤੋਂ ਦੁਬਾਰਾ ਆਵਾਂਗੇ ਲਾਂਬਾ ਸਾਹਿਬ, ਬੇਸਿਕਲੀ ਤੁਸੀਂ ਕਾਫੀ ਨਾਰਾਜ਼ ਲੱਗ ਰਹੇ ਹੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ, ਤੁਸੀਂ ਇੱਕ ਚਿੱਠੀ ਲਿਖੀ ਹੈ ਕਿਉਂਕਿ ਬੜੀ ਸਟਰੋਂਗ ਵਰਡਡ ਲੈਟਰ ਹੈ। ਕਿਉਂ ਤੁਹਾਨੂੰ ਕੀ ਲੱਗਾ ਇਸ ਪੂਰੇ ਮਸਲੇ ਨੂੰ ਕਿ ਸਿੱਖ ਕਲਰਜੀ ਸਹੀ ਤਰੀਕੇ ਨਾਲ ਡਿਫੈਂਡ ਨਹੀਂ ਕਰ ਪਾਈ ਜਾਂ ਉਸ ਉੱਤੇ ਜੋ ਸਹੀ ਸਟੈਂਡ ਸੀ ਉਹ ਨਹੀਂ ਲੈ ਪਾਈ, ਕੀ ਸਮਝਦੇ? ਨਹੀਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਜਾਂ ਅਕਾਲ ਤਖਤ ਸਾਹਿਬ ਨਾਲ ਗਿਲੇ ਦੀ ਗੱਲ ਨਹੀਂ ਹੈ, ਗੱਲ ਤਾਂ ਉਹਨਾਂ ਦੇ ਸੈਕਟਰੀਏਟ ਦੀ ਹੈ। ਜਿਸ ਢੰਗ ਦੇ ਨਾਲ ਉਸ ਸੈਕਟਰੀਏਟ ਨੇ ਪੂਰੇ ਮਸਲੇ ਨੂੰ ਡੀਲ ਕੀਤਾ ਕਿ ਔਰ ਇਤਨੀ ਤੂਫਾਨੀ ਤੇਜ਼ੀ ਦੇ ਨਾਲ, ਇਤਨੀ ਕਾਹਲ ਦੇ ਨਾਲ ਉਹਨਾਂ ਨੇ ਸਾਰੇ ਮਸਲੇ ਨੂੰ ਲੈ ਕੇ ਔਰ ਜਿਹੜੀ ਧਿਰ ਸੰਬੰਧਿਤ ਧਿਰ ਹੈਗੀ ਹੈ ਉਸ ਨੂੰ ਵਿੱਚ ਇਨਵੋਲਵ ਕਰਕੇ 5 ਤਰੀਕ ਨੂੰ ਰਿਪੋਰਟ ਆਂਦੀ ਹੈ, ਕੰਪਲੇਂਟ ਆਂਦੀ ਹੈ, ਉਸ ਨੂੰ ਫਟਾਫਟ ਲੈ ਕੇ ਸਾਰੀ ਕਮੇਟੀ ਇਥੋਂ ਲੈ ਜਾਣੀ ਔਰ ਉੱਥੇ ਜਾ ਕੇ ਉਸ ਨੂੰ ਕਮੇਟੀ ਬੰਬੇ ਲੈ ਕੇ ਜਾਣਾ, ਕਮੇਟੀ ਜਾ ਕੇ ਹੁਣ ਕੀ ਕਦੀ ਇਸ ਤਰ੍ਹਾਂ ਦੀ ਪੋਪ ਕਦੀ ਇਦਾਂ ਦੀ ਹਰਕਤ ਕਰੇਗਾ। ਮੈਂ ਹਰਕਤ ਲਫ਼ਜ਼ ਦੇ ਉੱਤੇ ਫਿਰ ਜ਼ੋਰ ਦੇ ਰਿਹਾ। ਫਿਰ ਦੂਸਰੀ ਚੀਜ਼ ਬੜੀ ਇੰਟਰਸਟਿੰਗ ਹੈ, ਉਹ ਜਿਵੇਂ ਥੋੜੀ ਦੇਰ ਪਹਿਲੇ ਗੱਲ ਕਰ ਰਹੇ ਸੀ ਕਿ ਕਿਸੇ ਵਕੀਲ ਨੂੰ ਪੁੱਛਿਆ, ਵਕੀਲ ਨੇ ਕਿਸੇ ਨੂੰ ਪੁੱਛਿਆ ਕਿ ਉਸਨੇ ਤੈਨੂੰ ਕੀ ਗੱਲ ਕਹੀ, ਉਹ ਕਹਿੰਦਾ ਜੀ ਇਤਨੀ ਗੰਦੀ ਗੱਲ ਹੈ ਕਿ ਪਬਲਿਕਲੀ ਨਹੀਂ ਕਹੀ ਜਾ ਸਕਦੀ। ਉਹ ਕਿਹਾ ਪਰ ਤੈਨੂੰ ਦੱਸਣਾ ਪਏਗਾ, ਕਹਿੰਦਾ ਜੀ ਕਿਸੇ ਸ਼ਰੀਫ ਆਦਮੀ ਦੇ ਕੰਨ 'ਚ ਨਹੀਂ ਕਹੀ ਜਾ ਸਕਦੀ। ਤਾਂ ਉਸਨੇ ਕਿਹਾ ਠੀਕ ਹੈ ਫਿਰ ਤੂੰ ਜੱਜ ਸਾਹਿਬ ਦੇ ਕੰਨ 'ਚ ਦੱਸ ਦੇ। ਅੱਜ ਉਹ ਜਿਹੜੀ ਵਾਹੀਆਤ ਫਿਲਮ ਹੈ ਜਿਸ ਨੂੰ ਲਚਰ ਔਰ ਅਸ਼ਲੀਲਤਾ ਦੀ ਹੱਦ ਬੰਨੇ ਤੋੜ ਦਿੰਦੀ ਹੈ, ਇਸ ਕਮੇਟੀ ਦੀ ਕਿਰਪਾ ਸਦਕਾ ਅੱਜ ਉਹ ਜਿਹੜੀ ਹੈ ਜਥੇਦਾਰ ਅਕਾਲ ਤਖਤ ਦੀ ਨਾਮਜ਼ਦ ਕਮੇਟੀ ਨੇ ਉਹ ਦੇਖੀ ਹੈ, ਹੁਣ ਸ਼੍ਰੋਮਣੀ ਕਮੇਟੀ ਦੇਖੇਗੀ, ਇਹਦੇ ਪ੍ਰਧਾਨ ਦੇਖਣਗੇ, ਸਾਰੀ ਸਿੱਖ ਕੌਮ ਵੇਖੇਗੀ। ਇਹ ਜਿਹੜਾ ਇਸ ਦੇ 'ਚ ਕੀ ਹੈ। ਬਾਕੀ ਇੱਕ ਮਸਲਾ ਜਿਹੜਾ ਬਹੁਤ ਵੱਡਾ ਪੁਆਇੰਟ ਇਹਨਾਂ ਨੇ ਲਿਆ ਹਰਦੀਪ ਸਿੰਘ ਜੀ ਨੇ ਕਿ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਚਾਹੀਦੀ, ਉਹਦੇ ਬਾਰੇ ਵਿੱਚ ਜ਼ਰੂਰ ਮੈਂ ਆਪਣੀ ਟਿੱਪਣੀ ਦੇਣਾ ਚਾਹਾਂਗਾ ਕਿ ਜੇ ਉਹ ਸੈਂਸਰ ਬੋਰਡ ਜਾਂ ਇਹ ਕਮੇਟੀ ਅਕਾਲ ਤਖਤ ਦੀ ਨਾਮਜ਼ਦ ਕਮੇਟੀ ਦੇ 7 ਬੰਦੇ ਖਰੀਦ ਸਕਦੀ ਹੈ ਤੇ ਇਹ ਤੇ ਫਿਰ ਬਹੁਤ ਆਸਾਨ ਹੋਏਗਾ, ਇੱਕ ਬੰਦਾ ਦੇ ਦਿਓ ਤੇ ਬੜੀ ਆਸਾਨੀ ਨਾਲ ਖਰੀਦ ਜਾਏਗਾ। ਦਰੁਸਤ ਇੱਕ ਬਹੁਤ ਇੰਪੋਰਟੈਂਟ ਪੁਆਇੰਟ, ਹੁਣ ਜਿਹੜੀ ਤੁਸੀਂ ਖਰੀਦਣ ਵਾਲੀ ਗੱਲ ਕਹੀ, ਲਫ਼ਜ਼ ਤੁਸੀਂ ਯੂਜ਼ ਕੀਤਾ ਖਰੀਦਣ ਵਾਲੀ, ਐਸਪੀ ਸਿੰਘ ਜੀ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਇਹ ਕਮੇਟੀ ਜਿਹੜੀ ਅਕਾਲ ਤਖਤ ਨੂੰ ਕਲੇਮ ਕਰ ਰਹੀ ਹੈ ਵੀ ਅਸੀਂ ਰਿਪਰੈਜ਼ੈਂਟ ਕੀਤਾ ਉੱਥੇ ਜਾ ਕੇ, ਫਿਲਮ ਵਿਊ ਕੀਤੀ ਤੇ ਉਸਨੂੰ ਸ਼ੁਰੂਆਤ ਵਿੱਚ ਇੱਕ ਕਲੀਨ ਚਿੱਟ ਦੇਤੀ, ਇੱਕ ਨੋ ਆਬਜੈਕਸ਼ਨ ਸਰਟੀਫਿਕੇਟ ਜਿਸਨੂੰ ਕਹਿੰਦੇ ਦੇਤਾ, ਇਹ ਪੂਰੇ ਮਸਲੇ ਦੇ ਵਿੱਚ ਮਿਸ ਹੈਂਡਲਿੰਗ
ਦੀ ਜ਼ਿੰਮੇਵਾਰੀ ਕਿਸ ਉੱਤੇ ਜਾਂਦੀ ਹੈ, ਕੌਣ ਜ਼ਿੰਮੇਵਾਰ ਸਮਝਿਆ ਜਾਏ ਅੱਜ ਦੀ ਤਰੀਕ ਦੀ ਜਿਸ ਪੂਰੇ ਮਸਲੇ ਦੀ ਹੈਂਡਲਿੰਗ ਦੀ ਆਪਾਂ ਗੱਲ ਕਰੀਏ? ਸਭ ਤੋਂ ਪਹਿਲਾਂ ਤਾਂ ਮਸਲਾ ਹੀ ਸਮਝਣਾ ਪਏਗਾ। ਬੜਾ ਵੱਡਾ ਡਿਮਾਂਡ ਉੱਠੀ ਹੈ, ਸ਼ਾਇਦ ਇਸ ਕਿਸਮ ਦੀ ਇੱਕ ਪ੍ਰੋਜੈਕਸ਼ਨ ਹੋ ਗਈ ਹੈ ਕਿ ਸਾਰੀ ਸਿੱਖ ਕਮਿਊਨਿਟੀ ਦਾ ਇਸ ਫਿਲਮ ਬਾਰੇ ਰਿਐਕਸ਼ਨ ਬੜਾ ਹੋਮੋਜੇਨਸ ਹੈ। ਅਜਿਹਾ ਨਹੀਂ ਹੈ। ਜੇ ਸੈਂਸਰ ਬੋਰਡ ਦੇ ਵਿੱਚ ਸਿੱਖਾਂ ਦਾ ਕੋਈ ਨੁਮਾਇੰਦਾ ਹੁੰਦਾ ਜਾਂ ਮਾਈਨੋਰਿਟੀਜ਼ ਦਾ ਕੋਈ ਨੁਮਾਇੰਦਾ ਹੁੰਦਾ ਤੇ ਉਹ ਫਿਲਮ ਨਾ ਪਾਸ ਹੋਣ ਦਿੰਦਾ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਸਿੱਖ ਕੌਮ ਦੇ ਵਿੱਚ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਊ ਹੋਣਗੇ। ਐਸਜੀਪੀਸੀ ਦਾ ਅਚਾਨਕ ਹੁਣੇ ਪ੍ਰਗਟ ਕੀਤਾ ਵਿਊ ਹਰਦੀਪ ਸਿੰਘ ਜੀ ਵਰਗੇ ਮੈਂਬਰਸ ਦਾ, ਪਰਮਜੀਤ ਸਿੰਘ ਜੀ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਗਟ ਕੀਤਾ ਵਿਊ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਥਾਪੀ ਗਈ ਕਮੇਟੀ ਦਾ ਪ੍ਰਗਟ ਕੀਤਾ ਵਿਊ, ਇਹਨਾਂ ਵਿੱਚ ਕਈ ਕਿਸਮ ਦੇ ਡਿਫਰੈਂਸਿਸ ਨੇ। ਇਸ ਕਰਕੇ ਇਹ ਇਹਨਾਂ ਦਾ ਸਥਾਈ ਹੱਲ ਨਹੀਂ ਹੈ। ਇਸ ਦੇਸ਼ 'ਚ ਪਹਿਲਾਂ ਵੀ ਬੜਾ ਸਮਾਂ ਬਾਲੀਵੁੱਡ ਇਸੇ ਤਰੀਕੇ ਦੀਆਂ ਫਿਲਮਾਂ ਬਣਾਉਂਦਾ ਰਿਹਾ। ਇੱਕ ਸਮਾਂ ਸੀ ਜਦੋਂ ਵਿਲਨ ਦਾ ਨਾਮ ਅਕਸਰ ਕੋਈ ਨਾ ਕੋਈ ਕ੍ਰਿਸਚੀਅਨ ਨੇਮ ਹੁੰਦਾ ਸੀ। ਫਿਰ ਇੱਕ ਫੇਜ਼ ਆਇਆ ਜਦੋਂ ਵਿਲਨ ਦਾ ਨਾਮ ਅਕਸਰ ਮੁਹੰਮਦਨ ਨਾਮ ਰਿਹਾ। ਇੱਕ ਫੇਜ਼ ਆਂਦਾ ਜਿਹਦੇ 'ਚ ਬਾਰ-ਬਾਰ ਸੰਤਾ ਸਿੰਘ ਬੰਤਾ ਸਿੰਘ ਜੋਕਸ ਨੂੰ ਸਮਾਜ ਇਸ ਕਿਸਮ ਨਾਲ ਐਬਜ਼ੌਰਬ ਕਰ ਲੈਂਦਾ ਤੇ ਉਹਦੇ ਪ੍ਰਤੀ ਇਮਿਊਨ ਹੋ ਜਾਂਦਾ ਤੇ ਕਮਿਊਨਿਟੀ ਦਾ ਹਰਟ ਜਾਂ ਉਹ ਆਪਣੇ ਵਿੱਚ ਸਮਾ ਲੈਂਦਾ। ਇਹ ਵੀ ਅਸੀਂ ਇੱਕ ਫੇਜ਼ ਦੇ ਵਿੱਚੋਂ ਗੁਜ਼ਰ ਰਹੇ ਹਾਂ। ਪਰ ਮਸਲਾ ਕੀ ਫਿਲਮ ਦਾ ਹੈ ਜਾਂ ਮਸਲਾ ਕੀ ਸਾਡੀ ਹਾਈਪਰ ਸੈਂਸਿਟੀਵਿਟੀ ਦਾ ਹੈ ਜਾਂ ਕੀ ਦੋਨੋਂ ਹੀ ਮਸਲੇ ਨੇ ਤੇ ਇਹਨਾਂ ਦਾ ਇੱਕ ਮਿਲਗੋਬਾ ਹੈ। ਤੇ ਇਸ ਦੇ ਨਾਲ ਹੀ ਮਸਲਾ ਹੈ ਜਿਸ ਤਰੀਕੇ ਨਾਲ ਧਰਮ ਦੇ ਆਪੂ ਬਣੇ ਜਾਂ ਸਤਿਕਾਰ ਸਹਿਤ ਥਾਪੇ ਗਏ ਠੇਕੇਦਾਰ ਕਿਹਨਾਂ ਢੰਗ ਤਰੀਕੇ ਨਾਲ ਇਹਨਾਂ ਮਸਲਿਆਂ ਨਾਲ ਨਜਿੱਠਦੇ ਨੇ। ਕੁਝ ਮਸਲਾ ਉਹਨਾਂ ਠੇਕੇਦਾਰਾਂ ਦਾ ਪੈਦਾ ਕੀਤਾ ਹੈ, ਕੁਝ ਮਸਲਾ ਸਾਡੀ ਸਮਝ ਦਾ ਪੈਦਾ ਕੀਤਾ ਹੈ। ਮੇਰੇ ਖਿਆਲ ਨਾਲ ਤੁਸੀਂ ਇੱਕ ਉਹੀ ਗੱਲ ਆ ਗਈ ਹੈ ਵੀ ਹਾਲਾਂਕਿ ਚਰਚਾ ਸਾਡੀ ਸ਼ੁਰੂ ਹੋਈ ਸੀ ਕਿ ਇੱਕ ਫਿਲਮ ਤੋਂ ਲੈ ਕੇ ਫਿਲਮ ਦੇ ਵਿੱਚ ਕੀ ਆਬਜੈਕਸ਼ਨੇਬਲ ਸੀ, ਕੀ ਉਹਦਾ ਨਾ ਵਿਰੋਧ ਹੋਣਾ ਚਾਹੀਦਾ ਸੀਗਾ, ਕਿ ਆਰਟਿਸਟਿਕ ਫਰੀडम ਤੇ ਰਿਲੀਜੀਅਸ ਸੈਂਟੀਮੈਂਟਸ ਦਾ ਜਿਹੜਾ ਕਲੈਸ਼ ਪਹਿਲਾਂ ਵੀ ਵੇਖਣ ਨੂੰ ਮਿਲਿਆ ਉਹ ਇੱਕ ਵਾਰ ਫੇਰ ਦੁਬਾਰਾ ਵੇਖਣ ਨੂੰ ਮਿਲ ਰਿਹਾ। ਲੇਕਿਨ ਪੂਰੇ ਮਸਲੇ ਵਿੱਚ ਇੱਕ ਹੋਰ ਪੂਰੀ ਪ੍ਰਕਿਰਿਆ ਜਿਹੜੀ ਪ੍ਰਕਿਰਿਆ ਹੋ ਗਈ ਕਿ ਇੰਸਟੀਟਿਊਸ਼ਨ ਦੀ ਉਹਦੇ ਉੱਤੇ ਕੁਝ ਸਵਾਲ ਉੱਠੇ ਤੇ ਹੁਣ ਹਾਲੇ ਵੀ ਜਿਸ ਕਿਸਮ ਦੀ ਸਥਿਤੀ ਬਣੀ ਹੋਈ ਹੈ ਉਸ ਉੱਤੇ ਇੱਕ ਪੰਬਲ ਭੂਸਾ ਬਣਿਆ ਹੋਇਆ ਵੀ ਹੋਣਾ ਕੀ ਅਲਟੀਮੇਟਲੀ। ਲਾਂਬਾ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਵੀ ਹੁਣ ਆਲਰੇਡੀ ਕਰੀਬਨ ਹਫਤੇ ਤੋਂ ਉੱਤੇ ਹੋ ਚੁੱਕਿਆ ਹੈ, ਜਦ ਤੱਕ ਸਾਡਾ ਪ੍ਰੋਗਰਾਮ 에ਅਰ ਹੋਏਗਾ ਤਾਂ 2 ਹਫਤੇ ਹੋ ਚੁੱਕੇ ਹੋਣਗੇ। ਫਿਲਮ ਆਲਰੇਡੀ ਉਹ ਚੀਜ਼ ਕਰ ਰਹੀ ਹੈ। ਮੇਰਾ ਸ਼ੁਰੂਆਤੀ ਸਵਾਲ ਸੀਗਾ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਪੂਰੀ ਡਿਬੇਟ ਹੈ ਇਹ ਫਰੂਟਲੈਸ ਡਿਬੇਟ ਹੈ? ਅਲਟੀਮੇਟਲੀ ਪ੍ਰੋਡਿਊਸਰਸ ਆਪਣਾ ਪਰਪਸ ਸੋਲਵ ਹੋ ਗਏ, ਫਿਲਮ ਦੀ ਸਕਰੀਨਿੰਗ ਹੋ ਗਈ, ਉਹਨੂੰ ਕੋਈ ਰੋਕ ਨਹੀਂ ਪਾਇਆ, ਲੋਕਾਂ ਨੇ ਫਿਲਮ ਵੇਖੀ ਹੈ ਜੀ ਤੇ ਸਾਡੇ ਲਈ ਤਾਂ ਸਿਰਫ ਡਿਸਕਸ਼ਨ ਜਾਂ ਡਿਬੇਟ ਦਾ ਹੀ ਟੌਪਿਕ ਰਹਿ ਗਿਆ। ਜਦੋਂ ਵੀ ਕੋਈ ਕਿਸੇ ਇਸ ਤਰ੍ਹਾਂ ਦੇ ਇਨਸੀਡੈਂਟ ਨੂੰ ਡਿਸਕਸ ਕਰਦਾ ਹੈ, ਜਦੋਂ ਉਸ ਤੇ ਵਿਚਾਰ ਕਰਦਾ ਹੈ, ਉਹਦਾ ਮਕਸਦ ਹੋ ਚੁੱਕੇ ਨੁਕਸਾਨ ਨੂੰ ਪੂਰਾ ਕਰਨਾ ਨਹੀਂ ਹੁੰਦਾ, ਕਦੀ ਵੀ ਨਹੀਂ ਹੁੰਦਾ। ਜਿਵੇਂ ਇੱਕ ਵਾਰ ਬੰਗਾਲ ਅਸੈਂਬਲੀ ਦੇ ਵਿੱਚ ਕਿਸੇ ਮੈਂਬਰ ਨੇ ਕਿਸੇ ਨੂੰ ਮੁੱਕਾ ਮਾਰ ਦਿੱਤਾ, ਸਪੀਕਰ ਨੇ ਕਿਹਾ ਯੂ ਵਿਡਰਾ, ਉਹ ਕਹਿੰਦਾ ਆਈ ਵਿਡਰਾ। ਉਹ ਦੂਰ ਨਹੀਂ ਹੋਣਾ। ਲੋੜ ਤਾਂ ਹੈ ਇਸ ਦਾ ਸਾਰੇ ਮਕਸਦ ਹੈ ਕਿ ਕੀ ਅੱਗੋਂ ਤੋਂ ਵੀ ਇਸੇ ਤਰ੍ਹਾਂ ਚੱਲੇਗਾ, ਕਿ ਇਸ ਨੂੰ ਅੱਗੇ ਤੋਂ ਅਸੀਂ ਠੱਲ ਪਾ ਸਕਦੇ ਹਾਂ, ਔਰ ਜੇ ਅਸੀਂ ਉਸ ਨੂੰ ਠੱਲ ਪਾ ਸਕਦੇ ਹਾਂ ਤਾਂ ਕਿਸ ਤਰ੍ਹਾਂ ਪਾਣੀ ਹੈ। ਜਿਹੜੀ ਫਰੀडम ਆਫ ਸਪੀਚ ਔਰ ਫਰੀडम ਆਫ ਐਕਸਪ੍ਰੈਸ਼ਨ ਦਾ ਹੈ, ਇੱਕ ਬੜੀ ਛੋਟੀ ਜੀ ਗੱਲ ਸਮਝਣ ਵਾਲੀ ਹੈ ਕਿ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਵੀ ਫਰੀडम ਆਫ ਸਪੀਚ ਦੀ ਗਾਰੰਟੀ ਦਿੰਦੀ ਹੈ, ਫਰੀडम ਆਫ ਆਫਟਰ ਸਪੀਚ ਦੀ ਨਹੀਂ ਦਿੰਦੀ। ਸੋ ਇਹ ਸਮਝਣਾ ਪਏਗਾ ਫਰੀडम ਆਫ ਸਪੀਚ ਔਰ ਫਰੀडम ਆਫਟਰ ਸਪੀਚ ਦੇ ਵਿੱਚ ਕਲਚਰ ਨੂੰ ਇੱਥੇ ਕਲਚਰ ਵਲਚਰ ਸਮਝ ਲੈਣਾ। ਕਲਚਰ ਔਰ ਕਲਚਰ ਵਲਚਰ 'ਚ ਫਰਕ ਹੈ। ਇਹ ਤਾਂ ਨਿਰਾ ਕਲਚਰ ਵਲਚਰ ਹੈ, ਇਸ ਨੂੰ ਫਾਹਿਸ਼ਪੁਣੇ ਨੂੰ ਉਸ ਨੂੰ ਆਰਟ ਕਹਿ ਦੇਣਾ ਤੇ ਫਿਰ ਆਰਟ ਕਿਸ ਤਰ੍ਹਾਂ ਦੀ ਹੋਏਗੀ, ਫਿਰ ਉਸ ਦੀ ਆਰਟ ਦਾ ਭਵਿੱਖ ਕੀ ਹੋਏਗਾ, ਸਾਨੂੰ ਇਹ ਜ਼ਿਆਦਾ ਸੋਚਣਾ ਪਏਗਾ। ਛੋਟਾ ਜਿਹਾ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਹਰਦੀਪ ਸਿੰਘ ਜੀ, ਐਸਪੀ ਸਿੰਘ ਜੀ, ਕੁਝ ਹੋਰ ਐਸੇ ਨੁਕਤੇ ਹੈਗੇ ਨੇ ਜਿੱਥੇ ਗੱਲ ਆਉਂਦੀ ਆਰਟਿਸਟਿਕ ਫਰੀडम ਦੀ, ਇੱਕ ਜਿਹੜਾ ਸਿਨੇਮੈਟਿਕ ਫਰੀडम ਆਪਾਂ ਗੱਲ ਕਰਦੇ ਹਾਂ ਕਿ ਵਾਕਈ ਇਹ ਡਿਬੇਟ ਉਨੀ ਜੈਨੂਇਨ ਹੈ ਜਾਂ ਵਾਕਈ ਉਸ ਕਿਸਮ ਦੇ ਆਬਜੈਕਸ਼ਨਸ ਜੈਨੂਇਨ ਨੇ, ਤੇ ਫਿਲਮ ਦੇ ਟਾਈਟਲ ਜੋ ਬੋਲੇ ਸੋ ਨਿਹਾਲ ਉਸ ਦੇ ਵਿੱਚ ਕਿੰਨੀਆਂ ਕੰਟਰਾਡਿਕਸ਼ਨਸ ਜਾਂ ਪ੍ਰੋਬਲਮਸ ਹੈਗੀਆਂ ਨੇ, ਉਸ ਨੂੰ ਅਪਣਾਉਣ ਵਿੱਚ ਕਿਸੇ ਵੀ ਪ੍ਰੋਡਿਊਸਰ ਜਾਂ ਡਾਇਰੈਕਟਰ ਵੱਲੋਂ ਇਸ ਉੱਤੇ ਸਾਡੀ ਗੱਲਬਾਤ ਜਾਰੀ ਰਹੇਗੀ। ਉੱਠੀ ਜਿਹੜੀ ਕੰਟਰੋਵਰਸੀ ਹੈ ਤੇ ਉਸ ਨੂੰ ਪੂਰੇ ਮਸਲੇ ਨੂੰ ਕਿਵੇਂ ਹੈਂਡਲ ਕੀਤਾ ਗਿਆ ਸਾਡੇ ਕਮਿਊਨਿਟੀ ਵੱਲੋਂ, ਉਸ ਉੱਤੇ ਸਾਡਾ ਹਰਦੀਪ ਸਿੰਘ ਜੀ, ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਅਤੇ ਐਸਪੀ ਸਿੰਘ ਜੀ ਮੌਜੂਦ ਨੇ। ਹਰਦੀਪ ਜੀ ਤੋਂ ਸ਼ੁਰੂ ਕਰਾਂਗੇ। ਹਰਦੀਪ ਜੀ, ਪਹਿਲਾਂ ਵੀ ਇੱਕ ਮੁੱਦਾ ਆਇਆ ਹੈ ਆਰਟਿਸਟਿਕ ਫਰੀडम, ਸਿਨੇਮੈਟਿਕ ਫਰੀडम ਕਿਸ ਹੱਦ ਤੱਕ ਵਾजिब ਹੈ? ਜੋ ਬੋਲੇ ਸੋ ਨਿਹਾਲ ਦਾ ਟਾਈਟਲ ਪ੍ਰੋਬਲਮੈਟਿਕ ਹੈ, ਉਹਦੇ ਸੀਕੁਐਂਸਸ ਆਬਜੈਕਸ਼ਨੇਬਲ ਨੇ, ਤੁਹਾਨੂੰ ਕਿਸ ਚੀਜ਼ ਤੇ ਇਤਰਾਜ਼ ਹੈ? ਇਹ ਫਿਲਮ ਨੂੰ ਤੁਸੀਂ ਕੋਈ ਐਡੀਟਿੰਗ ਜਾਂ ਉਹ ਆਬਜੈਕਸ਼ਨੇਬਲ ਸੀਕੁਐਂਸਸ ਤੋਂ ਬਗੈਰ ਐਨਵਿਸੇਜ ਕਰ ਸਕਦੇ ਹੋ, ਵਿਜ਼ਨ ਕਰ ਸਕਦੇ ਹੋ? ਦੇਖੋ, ਸਭ ਜਦੋਂ ਤੇ ਫਿਲਮ ਰਿਲੀਜ਼ ਨਹੀਂ ਸੀ ਹੋਈ ਉਸ ਵਕਤ ਇਹ ਸਪਸ਼ਟ ਹੋ ਰਿਹਾ ਸੀ ਕਿ ਇਹ ਧਾਰਮਿਕ ਫਿਲਮ ਨਹੀਂ ਹੈ, ਇਤਿਹਾਸਿਕ ਫਿਲਮ ਨਹੀਂ ਹੈ ਤੇ ਇਸ ਦਾ ਟਾਈਟਲ ਇਹ ਨਹੀਂ ਹੋ ਸਕਦਾ। ਪਹਿਲੀ ਆਬਜੈਕਸ਼ਨ ਤੇ ਮੈਨੂੰ ਇਹ ਲੱਗਦਾ ਵੀ ਕਮਰਸ਼ੀਅਲਾਈਜ਼ ਕੀਤਾ ਗਿਆ। ਹਾਂ, ਉਹ ਕਮਰਸ਼ੀਅਲ ਬੈਨੀਫਿਟ ਲਏ ਗਏ। ਜਿਹੜਾ ਲਾਅ ਹੈਗਾ ਹੈ, ਸਿਨੇਮੈਟੋਗ੍ਰਾਫੀ ਐਕਟ ਹੈ, ਉਹ ਔਰ ਜੋ ਮੈਂ ਤਾਂ ਕਨਸਟੀਟਿਊਸ਼ਨ ਆਫ ਇੰਡੀਆ
ਉਹ ਵੀ ਇਸ ਦੇ ਇਹ ਜਿਹੜੀ ਹੈ ਖੁੱਲ ਨਹੀਂ ਦਿੰਦਾ ਕਿ ਕਿਸੇ ਤਰੀਕੇ ਨਾਲ ਧਰਮ ਦਾ ਕਮਰਸ਼ੀਅਲ ਰੀਜ਼ਨਸ ਦੇ ਲਈ ਵਰਤੋਂ ਕੀਤੀ ਜਾਵੇ। ਔਰ ਇਸ ਦੇ ਵਿੱਚ ਵੇਖਣ ਦੀ ਗੱਲ ਹੈ ਕਿ ਇਹਦੇ ਕੰਟੈਂਟਸ ਜਿਸ ਤਰੀਕੇ ਸੀ, ਇਹ ਫਿਲਮ ਦਾ ਸੈਂਸਰ ਸਰਟੀਫਿਕੇਟ ਉਸ ਨੂੰ ਅਗਰ ਕੋਖੀਏ ਸੀ, ਉਸ ਦੀ ਬੈਕ ਸਾਈਡ ਤੇ ਸਪਸ਼ਟ ਤੌਰ ਤੇ ਲਿਖਿਆ ਕਿ 3400 ਸਮਥਿੰਗ ਮੀਟਰਸ ਇਤਨੀ ਫਿਲਮ ਦੇ ਵਿੱਚੋਂ ਸਿਰਫ ਕੁਝ ਇੱਕ ਸੈਕਿੰਡਸ ਜਿਹੜੇ ਨੇ ਉਹ ਕੱਟੇ ਗਏ ਨੇ। ਉਹਨਾਂ ਦੀ ਵੀ ਸਾਊਂਡ ਕਲਿੱਪਿੰਗ ਕੱਟੀ ਗਈ ਹੈ। ਉਹ ਕੀ ਨੇ ਕਿ ਚਰਚ ਦੇ ਵਿੱਚ ਜਦੋਂ ਉਹ ਕਨਫੈਸ਼ਨ ਕਰਦਾ ਹੈ ਤੇ ਨਾਲ ਹੀ ਉਹ ਪਾਦਰੀ ਦਾ ਕਤਲ ਕਰ ਦਿੰਦਾ ਹੈ। ਇਹ ਸੀਰੀਜ਼ ਚੱਲਦੀ ਹੈ ਲਗਾਤਾਰ, ਉਹ ਕਈ ਪਾਦਰੀਆਂ ਦਾ ਕਤਲ ਕਰਦਾ ਹੈ। ਉੱਥੇ ਪਾਦਰੀ ਵੱਲੋਂ ਜਦੋਂ ਕਿਹਾ ਜਾਂਦਾ ਕਿ ਫॉरगिवन ਜਾਂ ਗॉड ਬਲੈਸ ਯੂ, ਉਹ ਵਰਡ ਦੀ ਜਿਹੜੀ ਹੈਗੀ ਹੈ ਸਾਊਂਡ ਕਲਿੱਪਿੰਗ ਕੱਟੀ ਗਈ ਹੈ। ਸੋ ਉਸ ਦਾ ਕਾਰਨ ਹੈ ਕਿ ਧਾਰਮਿਕ ਭਾਵਨਾਵਾਂ ਨੇ, ਔਰ ਸਿਨੇਮੈਟੋਗ੍ਰਾਫੀ ਐਕਟ ਕਨਸਟੀਟਿਊਸ਼ਨ ਆਫ ਇੰਡੀਆ ਉਹ ਕਿਸੇ ਤਰ੍ਹਾਂ ਵੀ ਪਰਮਿਟ ਨਹੀਂ ਕਰਦਾ ਕਿ ਕਿਸੇ ਰਿਲੀਜਨ ਨੂੰ ਕਿਸੇ ਦੇ ਖਿਲਾਫ ਬੋਲਣ ਦੀ ਜਿਹੜੀ ਹੈ ਉਸ ਦੇ ਪਰਮਿਸ਼ਨ ਦਿੱਤੀ ਜਾ ਸਕੇ। ਇਸ ਦੇ ਵਿੱਚ ਤੇ ਗੁਰਬਾਣੀ ਤੇ ਡਿਸਟੋਰਸ਼ਨ ਕੀਤੀ ਗਈ। ਟਾਈਟਲ ਬੋਲੇ ਸੋ ਨਿਹਾਲ ਨਾਨ ਰਿਲੀਜੀਅਸ ਫਿਲਮ ਲਈ ਕਿਤੇ ਨਹੀਂ ਵਰਤਿਆ ਜਾ ਸਕਦਾ। ਇਸ ਨੂੰ ਕਿਤੇ ਵਾਰ ਪ੍ਰਾਈ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਇਹ ਜੋ ਹੈ ਇੱਕ ਅਧਿਆਤਮਕ ਭਾਵਨਾ ਨਾਲ ਜੁੜਿਆ ਹੋਇਆ ਸਾਡਾ ਜੈਕਾਰਾ ਹੈ, ਇਹ ਬੋਲਾ ਹੈ, ਪ੍ਰੇਅਰ ਦਾ ਸਾਡਾ ਅਰਦਾਸ ਦਾ ਇੱਕ ਨਿਖੜਵਾਂ ਅੰਗ ਹੈ। ਇਸ ਨੂੰ ਇਹ ਕੱਲਾ ਵਾਰ ਕ੍ਰਾਈ ਕਹਿ ਕੇ ਜਾਂ ਕੇਵਲ ਐਸੇ ਪਰਪਸਿਸ ਲਈ ਡਿਸਟੋਰਸ਼ਨ ਵਿੱਚ ਮੈਂ ਇੱਕ ਦੋ ਗੱਲਾਂ ਕਹਿਣੀਆਂ ਚਾਹਾਂਗਾ। ਮੈਂ ਤੁਹਾਡੇ ਤੇ ਦੁਬਾਰਾ ਆਵਾਂਗਾ ਕਿਉਂਕਿ ਡਿਸਟੋਰਸ਼ਨ ਦੀ ਗੱਲ ਤੁਸੀਂ ਕੀਤੀ ਹੈ। ਐਸਪੀ ਸਿੰਘ ਜੀ, ਜੋ ਬੋਲੇ ਸੋ ਨਿਹਾਲ ਟਾਈਟਲ ਤੋਂ ਬਹੁਤ ਪ੍ਰੋਬਲਮ ਸੀਗੀ, ਹਲੇ ਵੀ ਹੈਗੀ ਆ ਉਹ ਕਿ ਇਸ ਟਾਈਟਲ ਨੂੰ ਕਿਉਂ ਯੂਜ਼ ਕੀਤਾ। ਇਹਨਾਂ ਨੇ ਕਿਹਾ ਵੀ ਇਹ ਨਹੀਂ ਕੀਤਾ ਜਾ ਸਕਦਾ ਕਮਰਸ਼ੀਅਲ ਪਰਪਸ। ਕੀ ਕੋਈ ਐਸਾ ਕੋਡੀਫਾਈਡ ਲਾਅ ਹੈਗਾ ਜਿਸ ਦੇ ਤਹਿਤ ਕਿ ਇਸ ਕਿਸਮ ਦਾ ਜਿਹੜਾ ਵੀ ਰਿਲੀਜੀਅਸ ਸਲੋਗਨ ਲਗਾਈ ਹੈ, ਰਿਲੀਜਨ ਸੰਬੰਧੀ ਕੋਈ ਜਕਾਰਾ ਹੈ, ਉਹਨੂੰ ਅਸੀਂ ਯੂਜ਼ ਨਾ ਕਰ ਸਕੀਏ? ਕੀ ਕੋਈ ਲਾਅ ਹੈ, ਕੀ ਕੋਈ ਪ੍ਰਿੰਸੀਪਲ ਜਾਂ ਰੂਲਸ ਹੈਗੇ ਨੇ? ਸਿਨੇਮੈਟੋਗ੍ਰਾਫੀ ਐਕਟ ਦੇ ਤਹਿਤ ਅਜਿਹਾ ਪ੍ਰਬੰਧ ਹੈ ਕਿ ਜੈਨਰਿਕ ਕਿਸਮ ਦੀ ਲੱਚਰਤਾ ਨੂੰ ਭਰਪੂਰ ਤਰੀਕੇ ਨਾਲ ਅਲਾਉ ਕੀਤਾ ਜਾਂਦਾ ਹੈ ਅਤੇ ਸਪੈਸੀਫਿਕ ਲੱਚਰਤਾ ਦੀ ਮਨਾਹੀ ਹੈ। ਸਿਨੇਮੈਟੋਗ੍ਰਾਫੀ ਐਕਟ ਦੇ ਵਿੱਚ, ਕਿਉਂਕਿ ਹਰਦੀਪ ਜੀ ਨੇ ਨਵਾਂ ਜਾਂ ਪੁਰਾਣਾ ਮੈਂ ਨਹੀਂ ਜਾਣਦਾ, ਬੜਾ ਸਟੱਡੀ ਕੀਤਾ ਲੱਗਦਾ ਹੈ, ਉਸ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਫਿਲਮ ਸਮਾਜਿਕ ਡੀਸੈਂਸੀ ਨੂੰ ਹਰਟ ਕਰਦੀ ਨਹੀਂ ਹੋਣੀ ਚਾਹੀਦੀ। ਮੇਰਾ ਖਿਆਲ ਜੇ ਇਸ ਐਕਟ ਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਇੱਕ ਤਾਂ ਜੋ ਬੋਲੇ ਸੋ ਨਿਹਾਲ ਫਿਲਮ ਨਹੀਂ ਬਣੇਗੀ, ਇੱਕ ਮੈਨੂੰ ਕੋਈ ਹੋਰ ਅਜਿਹੀ ਫਿਲਮ ਨਹੀਂ ਯਾਦ ਆਉਂਦੀ ਜਿਹੜੀ ਬਣ ਪਾਏਗੀ। ਸਾਡੀਆਂ ਭਾਵਨਾਵਾਂ ਉਦੋਂ ਆਹਤ ਹੋ ਜਾਂਦੀਆਂ ਨੇ ਜਦੋਂ ਸਾਡੇ ਧਰਮ ਦਾ ਨਾਮ ਲੈ ਕੇ, ਬੋਲੇ ਦਾ ਨਾਮ ਲੈ ਕੇ ਸਿੰਘਨਾਦ, ਬੋਲੇ ਸੋ ਨਿਹਾਲ ਵਰਗੇ ਸਿੰਘਨਾਦ ਨੂੰ ਵਰਤਿਆ ਜਾਂਦਾ ਹੈ। ਪਰ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਉਸ ਵੇਲੇ ਇੰਨੇ ਸਾਲਾਂ ਤੋਂ ਲਗਾਤਾਰ ਆਹਤ ਹੋਣ ਤੋਂ ਇਨਕਾਰੀ ਨੇ ਜਦੋਂ ਤੋਂ ਲੈ ਕੇ ਸਾਡੇ ਬੱਚਿਆਂ ਦੇ ਮਨਾਂ ਦੇ ਵਿੱਚ, ਉਹਨਾਂ ਦੇ ਵਿਚਰਨ ਸ਼ੈਲੀ ਦੇ ਵਿੱਚ ਇਹ तमाम ਵਿਸ਼ ਘੋਲਿਆ ਜਾ ਰਿਹਾ ਹੈ। ਇਸੇ ਸਿਨੇਮੈਟੋਗ੍ਰਾਫੀ ਐਕਟ ਦੇ ਥੱਲੇ ਉਹ तमाम ਫਿਲਮਾਂ ਪਾਸ ਕੀਤੀਆਂ ਜਾ ਰਹੀਆਂ ਨੇ। ਚੰਗੀ ਗੱਲ ਹੈ ਜੇ ਜੋ ਬੋਲੇ ਸੋ ਨਿਹਾਲ ਵਰਗੀ ਫਿਲਮ ਨੇ ਅਜਿਹੀ ਕੰਟਰੋਵਰਸੀ ਖੜੀ ਕੀਤੀ ਹੈ ਕਿ ਕੁਝ ਸਮਾਜ ਦੇ ਪ੍ਰਤੀ ਜਾਗਰੂਕ ਸੱਜਣਾਂ ਨੂੰ ਸਿਨੇਮੈਟੋਗ੍ਰਾਫੀ ਐਕਟ ਪੜ੍ਹਨ ਦਾ ਵੇਲਾ ਮਿਲਿਆ ਹੈ। ਅਸੀਂ ਆਸ਼ਾ ਕਰਦੇ ਹਾਂ ਕਿ ਲਗਾਤਾਰ ਇਹ ਸਿਨੇਮੈਟੋਗ੍ਰਾਫੀ ਐਕਟ ਇਸੇ ਤਰੀਕੇ ਨਾਲ ਪੜ੍ਹਿਆ ਜਾਂਦਾ ਰਹੇਗਾ ਤਾਂ ਜੋ ਜਿਹੜਾ ਜੈਨਰਿਕ ਲੱਚਰਪੁਣਾ ਹੈ ਉਸ ਦੇ ਖਿਲਾਫ ਵੀ ਇਸ ਮੁਹਿੰਮ ਨੂੰ ਸਟਰੋਂਗ ਕੀਤਾ ਜਾ ਸਕੇ। ਲਾਂਬਾ ਸਾਹਿਬ, ਇੱਕ ਨਵੀਂ ਕੋਇਨ ਤੇ ਜੈਨਰਿਕ ਲੱਚਰਪੁਣਾ ਓਵਰਆਲ ਮੈਂ ਜਾਨਣਾ ਚਾਹਾਂਗਾ ਇਹ ਕੰਟਰੋਵਰਸੀ ਜਿਹੜੀ ਖੜੀ ਹੋਈ ਹੈ, ਜਿਵੇਂ ਇਹਨਾਂ ਨੇ ਗੱਲ ਕਹੀ ਕਿ ਕੰਟਰੋਵਰਸੀ ਨੂੰ ਤਾਂ ਆਪਾਂ ਛੱਡ ਦਈਏ, ਲੇਕਿਨ ਇਹ ਚੀਜ਼ ਤਾਂ ਹਰ ਖਿੱਤੇ ਵਿੱਚ ਹੈਗੀ ਹੈ, ਸਮਾਜ ਦੇ ਸਾਡੇ ਹਰ ਸੈਕਸ਼ਨ ਵਿੱਚ ਪਹਿਲਾਂ ਵੀ ਬਹੁਤ ਹੁੰਦੀ ਆ ਰਹੀ ਹੈ, ਲੇਕਿਨ ਹੁਣ ਸ਼ਾਇਦ ਸਮਾਂ ਐਸਾ ਹੈਗਾ ਜਾਂ ਕੁਝ ਲੀਡਰ ਐਸੇ ਇਨਵੋਲਵਡ ਹੈਗੇ ਨੇ ਜਾਂ ਕੁਝ ਐਲੀਮੈਂਟਸ ਐਸੇ ਨੇ ਜਿਨ੍ਹਾਂ ਨੂੰ ਸ਼ਾਇਦ ਇਸ ਪੂਰੇ ਮਸਲੇ ਨੂੰ ਇੱਕ ਕੰਟਰੋਵਰਸੀ ਬਣਾ ਕੇ ਫਿਲਮ ਪ੍ਰੋਡਿਊਸਰ ਨੂੰ ਸ਼ਾਇਦ ਪਬਲਿਸਿਟੀ ਮਿਲ ਜਾਏਗੀ ਜਾਂ ਹੋਰ ਬਾਡੀਜ਼ ਨੂੰ ਸ਼ਾਇਦ ਧਰਮ ਨੂੰ ਬਚਾਉਣ ਦਾ ਮੌਕਾ। ਤੁਹਾਨੂੰ ਲੱਗਦਾ ਵੀ ਫਿਲਮ ਦੇ ਉੱਤੇ ਡਿਸਕਸ਼ਨ ਆਪਣੇ ਆਪ ਦੇ ਵਿੱਚ ਇੰਨੀ ਇੰਪੋਰਟੈਂਟ ਹੈ ਜਾਂ ਤੁਹਾਨੂੰ ਲੱਗਦਾ ਵੀ ਹੋਰ ਇਹਦੇ ਅੱਗੇ ਪਿੱਛੇ ਜੋ ਹੋਇਆ ਜਾਂ ਜਿਵੇਂ ਹੋਇਆ ਉਹ ਜ਼ਿਆਦਾ ਜ਼ਰੂਰੀ ਹੈ? ਇਸ ਦੇ ਦੋ ਪੱਖ ਮੈਨੂੰ ਲੱਗਦੇ। ਪਹਿਲਾਂ ਤੇ ਜੋ ਫਿਲਮ ਇਟਸੈਲਫ ਜਿਸ ਤਰ੍ਹਾਂ ਇਹਨਾਂ ਨੇ ਦੱਸੀ ਹੈ ਕਿ ਜਨਰਲ ਨਾ ਕੋ ਬਣ ਸਕੇਗੀ ਨਾ ਕੋ ਬਣੇਗੀ, ਇਸੇ ਗੱਲ ਨੂੰ ਅਸੀਂ ਜੇ ਪਿੱਛੇ ਵੱਲ ਚਲੇ ਜਾਈਏ ਤਾਂ ਗਿਆਨੀ ਮਾਨ ਸਿੰਘ ਝੌਰ ਦਾ ਇੱਕ ਬੜਾ ਅੱਛਾ ਰਿਮਾਰਕਸ ਹੈ ਸੀ। ਉਹ ਕਹਿੰਦਾ ਮੈਂ 100 ਮੁੰਡਾ ਕੁੜੀ ਪੇਸ਼ ਕਰ ਦਿਆਂਗਾ ਜਿਹੜੇ ਇਹ ਬਿਆਨ ਦੇਣਗੇ ਫਲਾਣਾ ਡਾਕਾ, ਫਲਾਣਾ ਕ੍ਰਾਈਮ, ਫਲਾਣਾ ਰੇਪ, ਫਲਾਣਾ ਅਸੀਂ ਜਿਹੜਾ ਆਫੈਂਸ ਹੈਗਾ ਫਲਾਣੀ ਫਿਲਮ ਦੇਖ ਕੇ ਕੀਤਾ। ਤੁਸੀਂ ਇੱਕ ਮੈਨੂੰ ਮੁੰਡਾ ਪੇਸ਼ ਕਰ ਦਿਓ ਜਿਹੜਾ ਕਹੇ ਮੈਂ ਸੰਤ ਬਣਿਆ ਫਲਾਣੀ ਫਿਲਮ ਦੇਖ ਕੇ। ਇੱਕ ਤਾਂ ਇਹ ਹੈ ਕਿ ਜੋ ਵੀ ਫਿਲਮ ਬਣ ਰਹੀ ਹੈ ਉਹਦੀ ਡਿਗਰੀ ਦਾ ਫਰਕ ਹੋ ਸਕਦਾ ਹੈ ਜੋ ਅਸਲੀਅਤ ਹੈ। ਹੁਣ ਇਸ ਚੀਜ਼ ਦੀ ਵਾਵਰੋਲੇ ਨੂੰ ਇੱਕ ਕਮਰਸ਼ੀਅਲਿਜ਼ਮ ਕਹਿ ਲਓ, ਜੋ ਕਹਿ ਲਓ, ਹੁਣ ਧਰਮ ਦਾ ਪ੍ਰਚਾਰ ਸ਼ਾਇਦ ਫਿਲਮਾਂ ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਕੁਝ ਸਾਲ ਪਹਿਲੇ ਹਰਮੰਦਰ ਸਾਹਿਬ ਦੇ ਵਿੱਚ ਮਾੜਾ ਨਹੀਂ ਜੇ ਧਰਮ ਪ੍ਰਚਾਰ ਉਹੀ ਦੱਸ ਰਿਹਾ ਕਿ ਉਹਦਾ ਇਹ ਨਤੀਜਾ ਨਿਕਲੇਗਾ। ਹਰਮੰਦਰ ਸਾਹਿਬ ਦੇ ਕੁਝ ਸਾਲ ਪਹਿਲੇ ਇੱਕ ਕੋਈ ਫਿਲਮ ਦੀ ਯੂਨਿਟ ਆਈ ਸੀ, ਐਕਟਰੈਸ ਨੇ ਬੜੀ ਅਜੀਬ ਅਦਾ ਨਾਲ ਮੱਥਾ ਟੇਕਿਆ, ਉੱਥੇ ਕੋਈ ਨਿਹੰਗਾਂ ਦੀ ਟੋਲੀ ਸੀ, ਉਹਨਾਂ ਨੇ ਸਾਰੀ ਯੂਨਿਟ ਸਾੜ ਦਿੱਤੀ। ਕਾਫੀ ਸਾਲ ਬੰਦ ਰਿਹਾ, ਪਰ ਸੰਤ ਬਾਬਾ ਫਤਿਹ ਸਿੰਘ ਜੀ ਦੀ ਕਿਰਪਾ ਹੋਈ, ਦੁਬਾਰਾ ਫਿਲਮਾਂ ਵਾਲੇ ਫਿਰ ਆਣੇ ਸ਼ੁਰੂ ਹੋ ਗਏ ਔਰ ਉਸ ਦੇ ਬਾਅਦ ਫਿਰ ਨਾਨਕ ਨਾਮ ਜਹਾਜ਼ ਤੋਂ ਨਕਲੀ ਸੀਨ ਸ਼ੁਰੂ ਹੋਏ ਔਰ ਇਹ ਹੌਲੇ ਹੌਲੇ ਇੱਕ ਕਰਕੇ ਇੱਕ ਸਟੈਪ ਬਾਈ ਸਟੈਪ ਅੱਗੇ ਵਧਿਆ ਔਰ ਜਿਹੜਾ ਕਿ ਇੱਥੇ ਆ ਕੇ ਮੁੱਕਦਾ ਹੈਗਾ। ਦੂਸਰੀ ਗੱਲ, ਇਹ ਅਸਲ ਵਿੱਚ ਫਿਲਮ ਜਾਂ ਇਹਦਾ ਬੋਲੇ ਦਾ ਜਾਂ ਕੋਈ ਉਤਨਾ ਇੰਪੋਰਟੈਂਟ ਨਹੀਂ ਹੈ।
ਦਰਅਸਲ ਸਿੱਖ ਦੀ ਪਛਾਣ ਜੋ ਮੁੱਢਲਾ ਮੇਨ ਇਸ਼ੂ ਮੁੱਦਾ ਹੈ, ਸਿੱਖ ਦੀ ਪਛਾਣ ਦੇ ਦੋ ਫੈਕਟਰ ਹਨ। ਇੱਕ ਉਹਦੀ ਦਸਤਾਰ ਹੈ, ਇੱਕ ਉਹਦੀ ਦਾੜੀ ਹੈ। ਸਾਬਤ ਸੂਰਤ ਦਸਤਾਰ ਸਿਰਾ ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ, ਔਰ ਇਸ ਦੇ ਵਿੱਚ ਇਹਨਾਂ ਦੋਨਾਂ ਨੂੰ ਇਸ ਫਿਲਮ ਵਿੱਚ ਨਹੀਂ, ਸ਼ੁਰੂ ਤੋਂ ਲੈ ਕੇ ਜੇ ਪਿਛਲੇ 100 ਸਾਲ ਦਾ ਇਤਿਹਾਸ ਦੇਖੀਏ ਕਿ ਭਾਵੇਂ ਕਿਸੇ ਨੂੰ ਵੀ ਲੈ ਲਈਏ, ਈਵਨ ਸਵਾਮੀ ਦਯਾਨੰਦ ਨੇ ਵੀ ਲਿਖਿਆ, ਸੁਸ਼ੀਲਾ ਨਾਇਰ मिनिस्टर सन जिस वे, उन्होंने स्टेज पे किया कि अगर ये रूप जो था वक्त के लिए था, अब इसको छोड़ दिया जाए तो अच्छा है। इसलिए वक्त वक्त दे उत्ते इस रूप तो नफरत करने वाले, इस रूप तो, इस आइडेंटिटी तो नफरत करने वाले कोई ना कोई ऐसा बहाना, कोई ना कोई ऐसी गल करनगे, और ये जिहड़ी लड़ाई है या जिहड़ी ये गल है उन्नी देर तक चलती रहेगी जब तक इसनों एक्सेप्ट नहीं किया जाएगा, इस रूप ਨੂੰ नहीं एक्सेप्ट किया जाएगा। ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈਣਾ। ਬ੍ਰੇਕ ਤੋਂ ਬਾਅਦ ਐਸਪੀ ਸਿੰਘ ਜੀ ਕੁਝ ਕਹਿਣਾ ਚਾਹ ਰਹੇ ਨੇ ਇਸ ਪੂਰੇ ਮਸਲੇ ਤੇ, ਕਿੰਨੀ ਕਮਰਸ਼ੀਅਲਾਈਜੇਸ਼ਨ ਹੈ, ਕਿ ਵਾਕਈ ਕਨਸਪੀਰੇਸੀ ਦਾ ਓਡਾ ਲੈਵਲ ਹੈ ਜਿੰਨਾ ਕਿ ਲਾਂਬਾ ਸਾਹਿਬ ਇਸ ਪੂਰੀ ਸਮੱਸਿਆ ਨੂੰ ਆਂਕ ਰਹੇ ਨੇ। ਇਹ ਗੱਲਬਾਤ ਇੱਕ ਬ੍ਰੇਕ ਤੋਂ ਬਾਅਦ ਲੈ ਕੇ ਉੱਠਿਆ ਵਿਵਾਦ ਹਰਦੀਪ ਸਿੰਘ ਜੀ, ਲਾਂਬਾ ਸਾਹਿਬ ਅਤੇ ਐਸਪੀ ਸਿੰਘ ਜੀ। ਐਸਪੀ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਸੀਗੇ, ਲਾਂਬਾ ਜੀ ਨੇ ਗੱਲ ਕੀਤੀ, ਕਨਸਪੀਰੇਸੀ ਦੀ ਵੀ ਗੱਲ ਕੀਤੀ, ਇਹਨਾਂ ਦੇ ਹੋਰ ਵੀ ਕਈ ਗੂੜੀਆਂ ਗੱਲਾਂ ਵਿੱਚੋਂ ਕੱਢੀਆਂ। ਗੱਲ ਲਾਂਬਾ ਜੀ ਦੀ ਇਹ ਗੱਲ ਠੀਕ ਹੈ ਕਿ ਇੱਕ ਤਾਂ ਮਾਈਨੋਰਿਟੀਜ਼ ਜਿਹੜੀਆਂ ਆਪਣੀ ਆਇਡੈਂਟੀਟੀ ਨੂੰ ਲੈ ਕੇ ਹਮੇਸ਼ਾ ਵਧੇਰੇ ਜਾਗਰੂਕ ਹੁੰਦੀਆਂ ਨੇ। ਇਹ ਗੱਲ ਉਹਨਾਂ ਦਾ ਕਿਤੇ ਨਾ ਕਿਤੇ ਓਵਰ ਰਿਐਕਸ਼ਨ ਵੀ ਹੈਗਾ, ਇਹ ਪੂਰੀ ਸਿਚੁਏਸ਼ਨ ਦੇ ਵਿੱਚ ਇੱਕ ਓਵਰ ਰਿਐਕਟ ਉਹਨਾਂ ਦੇ ਰਿਐਕਸ਼ਨ ਚੁਭਦਾ ਬਹੁਤ ਹੈ, ਕਿਉਂਕਿ ਮਾਈਨੋਰਿਟੀਜ਼ ਦੀ ਜਿਹੜੀ ਹਾਈਪਰ ਸੈਂਸਿਟੀਵਿਟੀ ਆਪਣੀ ਆਇਡੈਂਟੀਟੀ ਦੇ ਪ੍ਰਤੀ ਹਮੇਸ਼ਾ ਰਹੀ ਹੈ, ਰਹੇਗੀ ਹੀ। ਸਮਾਜਿਕ ਪੈਰਾਡਾਈਮ ਲੇਕਿਨ ਜੇ ਸੈਂਸਿਟੀਵਿਟੀ ਵਿਊਅਰਸ ਵੱਲੋਂ ਜਾਂ ਆਡੀਅנਸਸ ਵੱਲੋਂ ਹੁੰਦੀ, ਪਰ ਜਦੋਂ ਕਿਸੇ ਸਿੱਖ ਨੂੰ ਕਾਤਲ ਦਿਖਾਇਆ ਜਾਂਦਾ ਹੈ, ਕਿਸੇ ਸਿੱਖ ਨੂੰ ਮਾੜਾ ਕਰਮ ਕਰਦਿਆਂ ਦਿਖਾਇਆ ਜਾਂਦਾ ਹੈ, ਤਾਂ ਸਿੱਖਾਂ ਨੂੰ ਬੁਰਾ ਲੱਗਦਾ ਹੈ। ਰਮੇਸ਼ ਕੁਮਾਰ ਜੈਨ ਨਾਮ ਦਾ ਕੋਈ ਵਿਲਨ ਹੋਵੇ ਤੇ ਉਹ ਕਿਸੇ ਦਾ ਕਤਲ ਕਰੇ, ਜਾਂ ਰਾਜ ਕੁਮਾਰ ਗੁਪਤਾ ਨਾਮ ਦਾ ਵਿਲਨ ਹੋਵੇ ਤੇ ਉਹ ਕਿਸੇ ਇਨੋਸੈਂਟ ਬੱਚੀ ਦੇ ਕਿਰਦਾਰ ਦਾ ਰੇਪ ਕਰੇ, ਤੇ ਮੈਂ ਕਦੀ ਦੇਸ਼ ਦੇ ਵਿੱਚ ਬੜਾ ਵੱਡਾ ਉੱਠਦਾ ਵਾਵਰੋਲਾ ਨਹੀਂ ਦੇਖਿਆ। ਅਜੇ ਕਿ ਜ਼ਾਹਿਰਾ ਤੌਰ ਦੇ ਉੱਤੇ ਦੋਨੋਂ ਹੀ ਕਿਰਦਾਰ ਹਿੰਦੂ ਅਤੇ ਉਹਨਾਂ ਦੇ ਵਿੱਚ ਵੀ ਸੈਕਟ ਦੀ ਪਹਿਚਾਣ ਵੀ ਬੜੀ ਕਲੀਅਰ ਹੁੰਦੀ ਹੈ। ਕੁਝ ਕਾਰਨ ਤਾਂ ਮਾਈਨੋਰਿਟੀਜ਼ ਦੀ ਇਸ ਨੈਚੁਰਲ ਇਨਸਿਕਿਉਰਿਟੀ ਤਾਂ ਮੈਂ ਨਹੀਂ ਜਾਣਦਾ, ਸ਼ਾਇਦ ਮੇਰੇ ਤੋਂ ਜ਼ਿਆਦਾ ਪੜ੍ਹੇ ਲਿਖੇ ਸਿਆਣੇ ਲੋਕ ਇਸ ਨੂੰ ਜ਼ਿਆਦਾ ਕੋਕ ਕਰ ਸਕਣਗੇ, ਪਰ ਇਹ ਨੈਚੁਰਲੀ ਦੁਨੀਆ ਭਰ ਵਿੱਚ ਦੇਖਿਆ ਗਿਆ ਕਿ ਮਾਈਨੋਰਿਟੀਜ਼ ਦੀ ਆਇਡੈਂਟੀਟੀ ਕ੍ਰਾਈਸਿਸ ਜਿਹੜਾ ਬਾਰ-ਬਾਰ ਉਹਨਾਂ ਦੇ ਅੱਗੇ ਆ ਖੜਾ ਹੁੰਦਾ, ਖਾਸ ਤੌਰ ਤੇ ਇੱਕ ਅਜਿਹੇ ਸਮਾਜ ਵਿੱਚ ਜਿਸ ਦੀ ਸਿਰਜਣਾ ਸਮੇਂ ਉਸ ਮਾਈਨੋਰਿਟੀ ਨੂੰ ਲਗਾਤਾਰ ਵਿਤਕਰੇ ਦੇ ਭਾਵ ਵਿੱਚੋਂ ਗੁਜ਼ਰਨਾ ਪਿਆ ਹੋਵੇ। ਫਿਰ ਹਰ ਉਸ ਚੀਜ਼ ਦੇ ਵਿੱਚ ਵਿਤਕਰਾ ਦਿਸਦਾ ਹੈ। ਬਾਲੀਵੁੱਡ ਨੂੰ ਕਿਸੇ ਬਹੁਤ ਵੱਡੀਆਂ ਸਕ੍ਰਪਲਸ ਲਈ ਤਾਂ ਜਾਣਿਆ ਨਹੀਂ ਜਾਂਦਾ, ਕਮਿਊਨਿਟੀ ਦੇ ਨਾਲ ਹੀ ਅਕਸਰ ਕਿਉਂ ਜੀ ਨਹੀਂ ਅਜਿਹਾ ਨਹੀਂ ਹੈ। ਅਸੀਂ ਕੋਬੈਲਟ ਦੇ ਉਸ ਹਿੱਸੇ ਵਿੱਚ ਰਹਿੰਦੇ ਹਾਂ ਜਿੱਥੇ ਸਿੱਖ ਕਮਿਊਨਿਟੀ ਦੇ ਕੁਝ ਲੋਕ ਨੇ। ਤੁਹਾਡਾ ਸਟੂਡੀਓ ਤੇ ਤੁਹਾਡਾ ਇਹ ਚੈਨਲ ਉਸ ਖਿੱਤੇ ਦੇ ਉੱਤੇ ਫੋਕਸਡ ਹੈ। ਡਾਊਨ ਸਾਊਥ ਅਕ੍ਰੋਸ ਵੈਸਟਰਨ ਰੀਜਨ ਲੋਕਾਂ ਨੂੰ ਹੋਰ ਸੈਕਟਸ ਦੇ ਲੋਕਾਂ ਨੂੰ ਹੋਰ ਚੀਜ਼ਾਂ ਨਾਲ ਪ੍ਰੋਬਲਮ ਹੈ। ਛੋਟੇ ਸੈਕਟਸ ਨੂੰ ਵਾਕਫ ਮੂਵੀਜ਼ ਨਾਲ ਪ੍ਰੋਬਲਮਸ ਆਉਂਦੀਆਂ ਨੇ, ਮੁਸਲਿਮ ਕੈਰੈਕਟਰਸ ਵੀ ਹੁੰਦੇ ਨੇ ਫਿਲਮਾਂ ਦੇ ਬਿਲਕੁਲ। ਔਰ ਮੁਹੰਮਦਨ ਭਰਾਵਾਂ ਨੂੰ ਬਾਰ-ਬਾਰ ਸਮੱਸਿਆ ਰਹੀ ਹੈ। ਇਹ ਜਿਹੇ ਕਿਰਦਾਰ ਬਕਾਇਦਾ ਚਿਤਰਿਤ ਕੀਤੇ ਗਏ ਨੇ ਜਿਹਦੇ ਨਾਲ ਉਹਨਾਂ ਨੇ ਆਪਣੀ ਸਮੱਸਿਆ ਨੂੰ ਜਗ ਜ਼ਾਹਿਰ ਕੀਤਾ। ਔਰ ਬਹੁਤੀ ਵਾਰੀ ਜਿਸ ਤਰੀਕੇ ਨਾਲ ਇਸ ਵਾਰੀ ਸਿੱਖਾਂ ਦੇ ਇੱਕ ਵੱਡੇ ਸੈਕਸ਼ਨ ਨੇ ਜੈਨੂਨ ਰੋਸ ਫੀਲ ਕੀਤਾ ਹੈ, ਉਸੇ ਤਰੀਕੇ ਨਾਲ ਮੁਸਲਮਾਨਾਂ ਦੇ ਇੱਕ ਵੱਡੇ ਸੈਕਸ਼ਨ ਨੇ ਰਿਪੀਟਡਲੀ ਇਹਦੇ ਬਾਰੇ ਰੋਸ ਪ੍ਰਗਟ ਕੀਤਾ ਹੈ। ਦੇਖੋ, ਮੈਂ ਕਹਿਣਾ ਚਾਹਾਂਗਾ ਕਿ ਲੋਕਲ ਐਡਮਿਨਿਸਟ੍ਰੇਸ਼ਨਸ ਕੋਲ ਇਹਨੂੰ ਰੋਕਣ ਦਾ ਢੰਗ ਹੈ, ਲੇਕਿਨ ਉਹ ਰਾਈਟ ਨਹੀਂ ਦਿੱਤਾ ਗਿਆ ਲੋਕਾਂ ਨੂੰ। ਜੋ ਉਹਨਾਂ ਦੀ ਅਪੀਲ ਸੀ ਉਸ ਨੂੰ ਨਹੀਂ ਮੰਨਿਆ ਗਿਆ। ਕੋਈ ਐਸਾ ਨਹੀਂ ਹੈ। ਹੁਣ ਮੈਂ ਪਰਸੋਂ ਦੀ 15 ਤਰੀਕ ਦਾ ਚੰਡੀਗੜ੍ਹ 'ਚ ਪੋਂਗਾ ਪੰਡਿਤ ਇੱਕ ਪਲੇ ਹੈ, ਉਸ ਦੇ ਬਾਰੇ ਕੁਝ ਹਿੰਦੂ ਆਰਗੇਨਾਈਜੇਸ਼ਨਸ ਵੱਲੋਂ ਪ੍ਰੋਟੈਸਟ ਕੀਤਾ ਗਿਆ। ਵੈਰੀ ਨੈਕਸਟ ਡੇ ਉਹ ਬੈਨ ਕਰ ਦਿੱਤਾ ਗਿਆ। ਵੇਅਰ ਐਜ਼ ਇੱਥੇ ਪੂਰੇ ਪੰਜਾਬ ਦੇ ਵਿੱਚ ਇਸ ਦੇ ਨਾਲ ਅਨਰੈਸਟ ਕ੍ਰੀਏਟ ਹੋਇਆ, ਵਰਲਡ ਵਾਈਡ ਅਨਰੈਸਟ ਕ੍ਰੀਏਟ ਹੋਇਆ। ਵੈਂਕੂਵਰ ਦੀ ਹੋਰ ਅਨੇਕਾਂ ਜਗ੍ਹਾ ਤੋਂ ਇਹ ਸਾਹਮਣੇ ਆ ਰਹੀ ਹੈ। ਲੇਕਿਨ ਕਲੀਨ ਚਿਟ ਵੀ ਤਾਂ ਸਿੱਖ ਉਹ ਦਿੱਤੀ ਹੈ, ਉਹ ਇੰਸਟੀਟਿਊਸ਼ਨ ਵੱਲੋਂ ਥਾਪੀ ਗਈ ਕਮੇਟੀ ਨੇ ਦਿੱਤੀ ਸੀ ਨਾ। ਸਾਰੀ ਸਿੱਖ ਜਦ ਕਮਿਊਨਿਟੀ ਖੁਦ ਨਹੀਂ ਖੋ ਕੇ ਤੁਰ ਪਾ ਰਹੀ ਹੈ ਤਾਂ ਆਪਾਂ ਬਾਹਰਲਿਆਂ ਤੋਂ ਕੀ ਉਮੀਦ ਕਰਾਂਗੇ? ਪਹਿਲੇ ਦਿਨ ਖਬਰ ਆਈ ਸੀ ਨਾ ਵੀ ਅਕਾਲ ਤਖਤ ਦੀ ਜਿਹੜੀ ਕਮੇਟੀ ਹੈਗੀ ਉਹਨਾਂ ਨੇ ਇਹਨੂੰ ਕਲੀਨ ਚਿਟ ਦਿੱਤੀ। ਦੇਖੋ, ਇਸ ਦੇ ਵਿੱਚ ਕੋਈ ਦੋ ਰਾਇਆਂ ਨਹੀਂ ਗੀਆਂ ਕਿ ਜੋ ਰੋਲ ਹੈ ਜਥੇਦਾਰ ਅਕਾਲ ਤਖਤ ਦਾ ਇਹ ਕਲੀਨ ਚਿਟ ਦੀ ਗੱਲ ਆਈ ਹੈ, ਉਸ ਦੇ ਨਾਲ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ। ਪਹਿਲੇ ਦਿਨ ਸਾਨੂੰ ਸਟੇ ਨਾ ਮਿਲਣ ਦਾ ਮੁੱਖ ਕਾਰਨ ਇਹ ਰਿਹਾ ਹੈ। ਲੇਕਿਨ ਜਦੋਂ ਤੇ ਸਟੇ ਨਹੀਂ ਦੇਣੀ ਉਸ ਵਕਤ ਉਸ ਨੂੰ ਕੰਸੀਡਰ ਕੀਤਾ ਜਾ ਰਿਹਾ ਹੈ। ਜਦੋਂ ਉਸ ਨੂੰ ਕੀਤਾ ਕਿ ਕੋਈ ਕਲੀਨ ਚਿਟ ਨਹੀਂ ਦਿੱਤੀ ਗਈ, ਬਿਕੋਜ਼ ਉਸ ਨੂੰ ਵਰਡ ਟੂ ਵਰਡ ਜਦੋਂ ਅਸੀਂ ਪੜ੍ਹੀਏ ਉਸ ਲੈਟਰ ਨੂੰ ਵੀ, ਉਸ ਵਿੱਚ ਕੋਈ ਐਸੀ ਗੱਲ ਨਹੀਂ ਆਉਂਦੀ ਕਿ ਕਲੀਨ ਚਿਟ ਦਿੱਤੀ ਜਾ ਰਹੀ ਹੈ, ਜਥੇਦਾਰ ਵੱਲੋਂ ਨਹੀਂ ਹੈ। ਲੇਕਿਨ ਜਦੋਂ ਉਸ ਦਾ ਦੂਸਰਾ ਪੱਖ ਆਉਂਦਾ ਉਸ ਨੂੰ ਇਗਨੋਰ ਕੀਤਾ ਜਾ ਰਿਹਾ ਹੈ। ਮੈਂ ਇੱਕ ਗੱਲ ਕਹਾਂ, ਤੁਸੀਂ ਕੀਤੀ ਹੈ ਕਿ ਮਾਈਨੋਰਿਟੀਜ਼ ਰਿਲੇਟਡ ਜਾਂ ਜਿਹੜੀ ਹੈ ਆਇਡੈਂਟੀਟੀ ਰਿਲੇਟਡ ਕਿ ਸਿੱਖ ਜ਼ਿਆਦਾ ਸੈਂਸਿਟਿਵ ਨੇ।
ਇਸ ਫਿਲਮ ਦੇ ਵਿੱਚ ਜਿੱਥੇ ਡਿਸਟੋਰਸ਼ਨਸ ਆਫ ਗੁਰਬਾਣੀ ਹੈ, ਜਿੱਦਾਂ ਹਮ ਕਰ ਸਾਜਨ ਆਏ ਉਸ ਨੂੰ ਡਿਸਟੋਰਟ ਕਰਕੇ ਬਿਗੜੇ ਕਾਜ ਬਣਾਏ, ਇਹ ਤੁਕ ਯੂਜ਼ ਕੀਤੀ ਹੈ। 1.25 लाख से एक लड़ाऊं तबै गोबिंद सिंह नाम कहूं है, ਇਸ ਨੂੰ ਡਿਸਟੋਰਟ ਕਰਕੇ ਤਬੈ ਗੁਰੂ ਗੋਬਿੰਦ ਕਹੂੰ ਸਿੰਘ ਉਡਾ ਦਿੱਤਾ। ਔਰ ਫਿਰ ਉਹ ਜਿਹੜਾ ਉਸਦਾ ਜਿਹੜਾ ਕਨਸੈਪਟ ਹੈ ਉਹ ਹੀਰੋ ਦੇ ਨਾਲ ਜੋੜ ਕੇ ਇਦਾਂ ਕਹਿੰਦੇ ਜਹਾਂ ਵੀ ਜਾऊं जीत के आऊं दास तेरा ऐसा कहलाऊं, ਉਹ ਸਨੀ ਦਿਓਲ ਨੂੰ ਉਹ ਸਪਿਰਿਟ ਤੇ ਕੰਟੈਂਟ ਦੇ ਵਿੱਚ ਪ੍ਰੋਬਲਮ ਮੈਂ ਇੱਕ ਗੱਲ ਰਿਤੇਸ਼ ਜੀ ਨਹੀਂ ਕੰਟੈਂਟਸ ਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹਾਂਗਾ। ਇੱਕ ਬੜੀ ਵੱਡੀ ਗੱਲ ਹੈ ਕਿ 9/11 ਤੋਂ ਬਾਅਦ ਜੈਸੇ ਹਾਲਾਤ ਬਣੇ ਹੋਏ ਨੇ ਪਾਰਟਿਕੂਲਰਲੀ ਯੂਰਪ ਦੇ ਵਿੱਚ ਤੇ ਆਪਣਾ ਨਾਰਥ ਅਮਰੀਕਾ ਦੇ ਵਿੱਚ, ਉਸ ਦੇ ਮੱਦੇ ਨਜ਼ਰ ਸਿੱਖ ਤੇ ਇਸ ਗੱਲ ਦੇ ਵੱਲ ਕੰਮ ਕਰ ਰਹੇ ਨੇ ਕਿ ਅਸੀਂ ਆਪਦੀ ਇਮੇਜ ਨੂੰ ਆਪਣੀ ਪ੍ਰੋਜੈਕਸ਼ਨ ਕਿਸ ਤਰੀਕੇ ਦੇਣੀ ਹੈ ਉਸ ਵੱਲ ਕੰਮ ਕਰੀਏ। ਲੇਕਿਨ ਇਸ ਫਿਲਮ ਦੇ ਵਿੱਚ US ਪ੍ਰੈਜ਼ੀਡੈਂਟ ਨੂੰ ਅਸੈਸੀਨੇਟ ਕਰਨ ਦੇ ਲਈ ਰੋਮੀਓ ਜਿਹੜਾ ਕਿ ਉਸ ਵਕਤ ਸਿੱਖ ਡਰੈਸ ਦੇ ਵਿੱਚ ਹੈਗਾ, ਉਹਨੇ ਸਿੱਖ ਦਾ ਰੂਪ ਧਾਰਿਆ ਹੋਇਆ, ਟੋਨੀ ਸਿੰਘ ਦੇ ਰੂਪ ਚ ਲਿਆਂਦਾ ਹੈ, ਉਸ ਨੂੰ ਵਰਤਣ ਦੀ ਗੱਲ ਕੀਤੀ ਜਾ ਰਹੀ ਹੈ। ਹੋਰ ਜਿਹੜੇ ਐਸੇ ਹਾਲਾਤ ਵਿੱਚ ਸਿੱਖਾਂ ਦੇ ਉੱਤੇ ਬਹੁਤ ਵੱਡਾ ਐਸਪੀ ਸਿੰਘ ਜੀ ਸੰਖੇਪ ਦੇ ਵਿੱਚ ਕਮੈਂਟ ਕੁਝ। ਰਿਤੇਸ਼ ਜੀ ਮੈਨੂੰ ਕੇਵਲ ਲੱਗਦਾ ਹੈ ਕਿ ਕੰਟਰੋਵਰਸੀ ਸ਼ਾਇਦ ਉਨੀ ਫਿਲਮ ਬਾਰੇ ਕ੍ਰੀਏਟ ਕੀਤੀ ਜਾ ਰਹੀ ਹੈ ਜਿੰਨੀ ਪੋਸੀਬਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਇੰਸਟੀਟਿਊਸ਼ਨ ਬਾਰੇ ਹੋ ਜਾਣੀ ਚਾਹੀਦੀ ਸੀ, ਕਿਉਂਕਿ ਹਰਦੀਪ ਜੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਕਲੀਨ ਚਿਟ ਨਹੀਂ ਦਿੱਤੀ, ਸ਼ਾਇਦ ਕਮੇਟੀ ਨੇ ਦਿੱਤੀ ਹੈ। ਬਿਲਕੁਲ ਠੀਕ ਗੱਲ ਹੈ, ਕਮੇਟੀ ਨੇ ਹੀ ਕਲੀਨ ਚਿਟ ਦਿੱਤੀ ਹੈ, ਪਰ ਅਕਾਲ ਤਖਤ ਜਥੇਦਾਰ ਸਾਹਿਬਾਨ ਨੇ ਕੁਝ ਹੋਰ ਕਰ ਵਿਖਾਇਆ ਹੈ। ਉਹਨਾਂ ਨੇ ਅਕਾਲ ਤਖਤ ਦੀ ਸੀਲ ਦੇ ਅੰਡਰ ਆਪਣੇ ਸਿਗਨੇਚਰ ਕਰਕੇ ਕਲੀਨ ਚਿਟ ਬਾਰੇ ਕਲੈਰੀਫਿਕੇਸ਼ਨ ਇਸ਼ੂ ਕਰ ਦਿੱਤੀਆਂ ਨੇ। ਨਹੀਂ, ਮੈਂ ਇਸ ਬੈਕ ਸਟੈਬਿੰਗ ਦੇ ਬਾਰੇ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਸ੍ਰੀ ਅਕਾਲ ਤਖਤ ਸਾਹਿਬਾਨ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੁਗੋ ਜੁਗ ਅਟਲ ਇੰਸਟੀਟਿਊਸ਼ਨ ਤੋਂ ਫਿਲਮਾਂ ਬਾਰੇ ਦਿੱਤੀਆਂ ਕਲੀਨ ਚਿੱਟਾਂ ਬਾਰੇ ਕਲੈਰੀਫਿਕੇਸ਼ਨਾਂ ਜਾਰੀ ਕਰਨ ਦੇ ਲੈਵਲ ਤੱਕ ਆ ਗਏ ਨੇ ਕਿ ਵਕਤ ਨਹੀਂ ਕਿ ਅਸੀਂ ਜੋ ਬੋਲੇ ਸੋ ਨਿਹਾਲ ਤੋਂ ਥੋੜਾ ਜਿਹਾ ਧਿਆਨ ਹਟਾ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਮੂੰਹ ਮੋੜੀਏ ਤੇ ਦੇਖੀਏ ਸੁਧਾਈ ਦੀ ਲੋੜ ਕਿੱਥੇ ਹੈ। ਲੰਬਾ ਸਰ ਇਹ ਬਹੁਤ ਦੋ ਸ਼ਖਸੀਅਤਾਂ ਬੈਠੀਆਂ ਨੇ। ਮੈਂ ਤੁਹਾਡੇ ਤੋਂ ਜਾਣਾਂਗਾ ਸਿੱਖ ਕਮਿਊਨਿਟੀ ਅੱਜ ਦੀ ਤਰੀਕ ਵਿੱਚ ਕੀ ਇੱਕ ਡਿਵਾਈਡਡ ਹਾਊਸ ਹੈ ਇਸ ਫਿਲਮ ਨੂੰ ਜਿਵੇਂ ਹੈਂਡਲ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ, ਤੇ ਕੀ ਉਹ ਜਿਹੜਾ ਸੈਂਟੀਮੈਂਟ ਉਹ ਪਪੂਲਰ ਸਿੱਖ ਮਾਸਸ ਦੇ ਨਾਲ ਕਿਤੇ ਵੀ ਮੇਲ ਖਾ ਰਿਹਾ ਹੈ? ਬਿਲਕੁਲ ਸਹੀ ਗੱਲ ਹੈਗੀ ਹੈ ਕਿ ਜੋ ਸ਼ੁਰੂ ਤੋਂ ਰਿਹਾ ਹੈ ਸਾਨੂੰ ਜਿਹੜੀ ਇੱਕ ਮੋਟੀ ਜੀ ਗੱਲ ਕਹੀ ਜਾਂਦੀ ਹੈ, ਪਰਮਾਤਮਾ ਸਾਨੂੰ ਆਪਣੇ ਕੋ ਬਚਾਈ ਦੁਸ਼ਮਣਾਂ ਕੋਲੋਂ ਮੈਂ ਬਚ ਸਕਦਾ। ਜਿਹੜੀ ਗੱਲ ਇਹਨਾਂ ਨੇ ਕੀਤੀ ਫਿਲਮਾਂ 'ਚ ਹਵਨ ਦਿਖਾਏ ਜਾਂਦੇ ਹੈ, ਜੇ ਅਕਾਲੀ ਦਲ ਦਾ ਪ੍ਰਧਾਨ ਖੁਦ ਹਵਨ ਕਰਦਾ ਹੈ, ਜੇ ਉਸ ਨੂੰ ਕਿਤੇ ਵਾਕਈ ਤੁਸੀਂ ਫਿਲਮ ਦੇ ਵਿੱਚ ਦਿਖਾ ਦਿਓ ਤਾਂ ਕੀ ਬਣੇਗਾ। ਗੱਲ ਤਾਂ ਉਸ ਕਿਰਦਾਰ ਦੀ ਹੈ ਜਿਹੜਾ ਕਿ ਉਹ ਪੇਸ਼ ਕੀਤਾ ਜਾਂਦਾ ਹੈ। ਸਿੱਖ ਜੋ ਕਿ ਮਿਨੋਰਿਟੀ ਵਿੱਚ ਹੈ, ਇਹ ਕਿਸੇ ਅਸੂਲਾਂ ਦੇ ਉੱਤੇ ਖੜੇ ਹੈ। ਗੁਰੂ ਸਾਹਿਬ ਨੇ ਤਾਂ ਉਦੇਸ਼ ਦਿੱਤਾ ਸੀ, ਵਾਓ ਸੰਦੇ ਕੱਪੜੇ ਪਹਿਰੇ ਗਰਭ ਗਵਾਰ, ਉਹ ਕੱਪੜੇ ਨਾ ਪਾਓ ਜਿਹੜੇ ਹਵਾ ਵਰਗੇ ਟਰਾਂਸਪੇਰੈਂਟ ਹੋਣ। ਇਹਨਾਂ ਨੇ ਮੰਨ ਲਿਆ ਟਰਾਂਸਪੇਰੈਂਟ ਨਹੀਂ, ਬਿਲਕੁਲ ਹੈ ਹੀ ਨਹੀਂ। ਬਾਕੀ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਸੀ, ਕਹਿੰਦਾ ਜੇ ਤੂੰ ਕਰਪਸ਼ਨ ਨਹੀਂ ਕਰੇਗਾ, ਵੱਡੀ ਨਹੀਂ ਲਏਗਾ ਤੇ ਵੋਟੀ ਨੂੰ ਸਾੜੀ ਕਿੱਥੋਂ ਲੈ ਕੇ ਦੇਏਗਾ? ਕਹਿੰਦਾ ਜਾਂ ਮੈਂ ਉਹਨੂੰ ਸਨੀ ਦਿਓਲ ਦੀ ਫਿਲਮ 'ਚ ਭੇਜ ਦਾਂਗਾ ਜਾਂ ਮੈਨੂੰ ਲੈਕਮੇ ਦੀ ਫੈਸ਼ਨ ਪਰੇਡ 'ਚ ਭੇਜ ਦਾਂਗਾ। ਅਖੀਰ ਦੇ ਵਿੱਚ ਇਹ ਜੋ ਬੋਲੇ ਸੋ ਨਿਹਾਲ ਹੈ, ਹਰਮੰਦਰ ਸਾਹਿਬ ਦੀ ਪੂਰਵੀ ਬਾਹੀ ਤੇ ਖਾਲਸਾ ਜੀ ਕੇ ਬੋਲ ਬਾਲੇ ਲਿਖਿਆ ਹੈ, ਜਿਹੜਾ ਅਨੰਦਪੁਰ ਸੇ ਦੇ ਮਤੇ ਵਿੱਚ ਲਿਆ ਗਿਆ ਔਰ ਅਕਾਲੀ ਦਲ ਦਾ ਇਹ ਇੱਕ ਫਰਜ਼ ਹੈ ਉਹਨੂੰ ਪੂਰਾ ਕਰਨਾ। ਔਰ ਇਹ ਇੱਕ ਐਸਾ ਨਾਰਾ ਹੈ ਜਿਹੜਾ ਸਿੱਖਾਂ ਨੂੰ ਹਰ ਪ੍ਰੇਰਨਾ ਦਿੰਦਾ ਹੈ। ਹਰ ਲੜਾਈ ਵੇਲੇ ਜਦੋਂ ਇਹਨੂੰ ਕੀਤਾ ਜਾਂਦਾ ਹੈ, ਇਹਦੇ ਵਿੱਚ 2 ਲਾਈਨਾਂ ਕਿਸੇ ਨੇ ਲਿਖੀਆਂ ਸੀ, ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹਾਂ ਕਿ ਨਿਸ਼ਾਨ ਸਾਹਿਬ ਦੀ ਸ਼ਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਬੂਟਾ ਲਾਇਆ ਲਹੂ ਹੰਗਾਲ, ਜੋ ਬੋਲੇ ਸੋ ਹੋਵੇ ਨਿਹਾਲ, ਪੰਥ ਦਾ ਰਾਖਾ ਪੁਰਖ ਅਕਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ। एक पवित्र नारा है और इसनू इस तरीके नाल डिस्टॉर्ट करना उसी तरह है जिस तरीके दे नाल पिछे जे पैंटीज दे उत्ते हिंदू देवी देवतियां दी फोटो लाईयां गईयां और हुण कुरान दे उत्ते अमरीका नू भी व्हाइट हाउस नू क्लैरिफिकेशन देनी चाहिए। मेरे ख्याल इत्थे साडी चर्चा अगे नहीं वध पाएगी, समा साडे कोल है, लेकिन काफी कॉम्प्रीहेंसिव डिबेट जिस विच तुसीं वख-वख पहलू ते फिल्म नालों ज़्यादा मुद्दा जिहड़ा जरूरी है वो की साडे इंस्टीट्यूशनस वो रोल अदा कर पा रहे ने, जो कि वो राखी कर पा रहे ने, वो उस रिलीजियस जिहड़े टेनेट्स हैगे ने साडे बेसिक जिहड़े प्रिंसीपल्स ने कि उन्हां दी राखी उस तरीके नाल कीती जा रही है। फिल्म एक छोटा जिहा पैग हैगा लेकिन जिहड़ी कंट्रोवर्सी वो काफ़ी वड्डी है, ये काफ़ी समय तो चली आ रही है, ध्यान नाल ना जाने किन्ने समय तक चलती रहेगी। लेकिन उम्मीद करदा हां भी तुहानूं साडी ये डिस्कशन पसंद आई होगी, इस विच रखे विचार पसंद आए होणगे। जे तुहाडे कुछ विचार या सुझाव हैगे ने सानूं इस पते ते जरूर भेजो। साडा पता है खबरसार जी पंजाबी, पोस्ट बैग नंबर 4599, हौस खास नवी दिल्ली 210016। साडा वैबसाइट एड्रैस है www.zpunjabi.com। इस दे नाल ही तुहाडे तो इजाजत लैने आ, एक होर चर्चा लैके एक होर गलबात लैके फिर हाजिर होवांगे। धन्नवाद।